परम सत्कारयोग सतगुरां दी साजी निवाजी गुरु रूप प्यारी साध संगत जी, सतगुरां दी किरपा दे नाल परमात्मा दे नाल चरनां नाल जुड़ बैठण दा सुभाग समा प्राप्त होया है। हर एक मनुख यतन कर रहा है कि जिस श्रेष्ठ परमात्मा ने ये सृष्टि साजी है ते सब तो उत्तम मनुख नूं बनाया है, एक बार उस परमात्मा दे नाल जुड़ जाइए तां कि जिहड़ा संसार दे विच आउण जाण दा चक्कर बनिया है ये बिल्कुल ही खत्म हो जाए। हर एक मनुख की तकरीबन इच्छा इहो ही है, वो भी जिहड़ा मनुखता दे रूप दे विच बैठ के आके अरदास परमात्मा अगे करदा है। कई बारी कई जिंदगियां हुंदियां ने ऐसियां जिन्हां नूं केवल तृष्णा ही परमात्मा दे चरनां विच लैके आउंदी है। परमात्मा अज तक बहुत दिता है, हुण जो कोल नहीं है वो भी परमात्मा आप जी बख्श दिओ। तृष्णा लम्मे टाइम तो लेके मनुख के अंदर चल रही ने, बहुत जिंदगियां ने जिहड़ियां मनुखता का रूप ने पर है कली तृष्णा। मनुख कदे परमात्मा के चरनां विच आया नहीं ते तृष्णा इहनूं दिन रात परमात्मा के चरनां विच लैके आउंदी है। ते तृष्णा जे लैके आ रही है फिर एक ना एक दिन ऐसा आ जाता है कि मनुखता का अपना रूप मिट जाता है, केवल कली तृष्णा ही रह जाती है। तो गुरु साहिब जी महाराज जी कहते मनुख आवे ये जिहड़ियां आसा तृष्णा ने करोड़ां तरह दीयां जिंदगी नूं चुंबड़ियां होईयां, ਇਹ सारी ਦੀਆਂ ਸਾਰੀਆਂ ਨੂੰ ਪਿਛਾਂ ਛੱਡਣ ਦੇ ਯਤਨ ਕਰੇ। ਜਾਣਾ ਹੈ परमात्मा ਦੇ ਕੋਲ, ਜਿਹੜੀ सृष्टि ਦੇ ਵਿੱਚ ਜਿਹੜੇ परमात्मा ने ਮਨੁੱਖਤਾ ਨੂੰ ਜਿਹੜਾ ਜਾਮਾ ਬਖਸ਼ਿਆ ਹੈ ਉਹੀ ਜਾਮਾ ਲੈ ਕੇ ਜਾਣਾ ਹੈ परमात्मा ਕੋਲ। वरना तृष्णा ते तृष्णा, तृष्णा ते तृष्णा, एक दिन मनुख का कला चेहरा रह जाता है, जिंदगी केवल कली तृष्णा ही बन जाती है। तृष्णा मनुख नूं खिच पा के परमात्मा के चरनां विच लैके आउंदी है। फिर मनुख का अक्सर ही जिहड़ा है परमात्मा के घर ते भी जिहड़ा है शंकेवादी मनुख बनिया रहिंदा है कि परमात्मा दियां बोले हुए वचन समझ विच नहीं आउंदे, परमात्मा दे कोल बैठण नूं मन नहीं करदा, बड़े तरह दीयां गल्लां मनुख दे कोल ने। तो गुरु साहिब जी महाराज कहंदे पहला मनुखता वाला जामा तेरे कोल होवे, फिर जद परमात्मा दे चरनां विच आवेगा ते गुरु साहिब जी गुरु नानक महाराज ते कहंदे सारी दियां सारियां वस्तुआं तेरे वास्ते हथेली ते रखियां होईयां ने। जपजी साहिब दा कलाम असीं पढ़दे हां, देंदा दे लैंदे थक पाहे,
ਦੇਣ ਵਾਲਾ ਦਾਤਾ ਦੇ ਰਿਹਾ ਹੈ, ਜਿੰਨੀਆਂ ਦਾਤਾਂ ਚਾਹੀਦੀਆਂ ਨੇ। ਲੈਣ ਵਾਲੇ ਥੱਕ ਹਾਰ ਕੇ ਹੁਣ ਬੈਠੇ ਹੋਏ ਨੇ, ਬਿਲਕੁਲ ਥੱਕੇ ਹੋਏ ਨੇ। ਦਾਤੇ ਨੇ ਮਨੁੱਖਤਾ ਦੀ ਝੋਲੀ ਦੇ ਵਿੱਚ ਬੜਾ ਕੁਛ ਅਣਮੰਗਿਆ ਪਾਇਆ, ਜੋ ਇਹਨੇ ਮੰਗਿਆ ਉਹ ਵੀ ਦਿੱਤਾ ਹੈ, ਜੋ ਅੱਜ ਮੰਗ ਰਿਹਾ ਹੈ ਉਹ ਵੀ ਦੇ ਰਿਹਾ ਹੈ। ਪਰ ਕੇਵਲ ਤੇ ਕੇਵਲ ਇਹ ਪਰਮਾਤਮਾ ਦੀਆਂ ਮਨੁੱਖ ਉਹੀ ਗੱਲਾਂ ਮੰਨਦਾ ਹੈ ਜਿਹੜੀਆਂ ਗੱਲਾਂ ਮੰਨ ਕੇ ਇਹਨੂੰ ਆਪਣੇ ਜ਼ਿੰਦਗੀ ਦੇ ਵਿੱਚ ਫਾਇਦਾ ਸਮਝਦਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਇੱਕ ਦਿਨ ਨਿਕਲੇ ਨਾ, ਰਸਤੇ ਦੇ ਵਿੱਚ ਇੱਕ ਨਾ ਗੁਰਸਿੱਖ ਪਿਆਰਾ ਕੰਧ ਲਿਪੀ ਜਾਂਦਾ ਸੀ। ਪੁਰਾਣੇ ਜ਼ਮਾਨਿਆਂ 'ਚ ਕੱਚੀਆਂ ਕੰਧਾਂ ਨੂੰ ਲਿਪਦੇ ਹੁੰਦੇ ਸੀ ਨਾ, ਮਿੱਟੀ ਤੇ ਗੋਹਾ ਧੂੜੀ ਪਾ ਕੇ ਸਾਰੇ ਰਲਾ ਕੇ ਕਹਾਣੀ ਬਣਾ ਕੇ ਤੇ ਕੰਧਾਂ ਲਿਪਣੀਆਂ, ਕੋਠੇ ਲਿਪਣੇ ਪੁਰਾਣੇ ਜ਼ਮਾਨਿਆਂ 'ਚ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਕੋਲ ਦੀ ਨਿਕਲਣ ਲੱਗੇ ਨਾ, ਉਹ ਕੰਧ ਲਿਪਦੇ ਲਿਪਦੇ ਤੋਂ ਜਿਹੜੇ ਮਿੱਟੀ ਦੇ ਛਿੱਟੇ ਸੀਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੋਲੇ ਤੇ ਪੈ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸਿੱਖ ਨੂੰ ਕਿਹਾ, ਕਹਿਣ ਲੱਗੇ ਇਹਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਆ ਰਹੇ ਹਾਂ, ਚਲੋ ਕਹਿੰਦੇ ਇਹਦੇ ਥੱਪੜ ਮਾਰੋ। ਹੁਣ ਇਹ ਤੇ ਜਿਹੜਾ ਸ਼ਬਦ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਿਰ ਕਹਿਣ ਦੀ ਗੱਲ ਹੀ ਸੀ, ਸਾਰਿਆਂ ਨੇ ਇੱਕ ਇੱਕ ਸੀ ਜਿਹੜਾ ਥੱਪੜ ਮਾਰਿਆ ਉਹਦੇ। ਕਿਉਂ ਕਿਸੇ ਦੇ ਥੱਪੜ ਮਾਰਨ ਦੇ ਵਿੱਚ ਬੰਦੇ ਨੂੰ ਰਸ ਮਿਲਦਾ ਹੈ। ਆਪਣਾ ਉਹਦੇ 'ਚ ਮਨੁੱਖ ਹੈ ਜਿਹੜਾ ਫਾਇਦਾ ਸਮਝਦਾ ਕਿਸੇ ਦੇ ਥੱਪੜ ਮਾਰਨ ਦੇ ਵਿੱਚ। ਤੇ ਜਦ ਸਾਰਿਆਂ ਨੇ ਇੱਕ ਇੱਕ ਥੱਪੜ ਮਾਰਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੀ ਤੇ ਤੁਹਾਨੂੰ ਕਿਹਾ ਸੀ ਕਿ ਇੱਕ ਮਾਰਨਾ, ਕਹਿੰਦੇ ਮਹਾਰਾਜ ਇੱਕ ਇੱਕ ਹੀ ਤੇ ਮਾਰਿਆ। ਉਹ ਜਿਹੜਾ ਰੱਬ ਦਾ ਪਿਆਰਾ ਸੀ ਉਹ ਕਹਿਣ ਲੱਗਿਆ, ਮਹਾਰਾਜ ਜਿੱਡੀ ਵੱਡੀ ਸਜ਼ਾ ਮੈਨੂੰ ਮਿਲੀ ਹੈ ਐਡੀ ਵੱਡੀ ਮੇਰੀ ਅਵੱਗਿਆ ਨਹੀਂ ਸੀ। ਅਚਨਚੇਤ ਮੈਥੋਂ ਛਿੱਟੇ ਪੈ ਗਏ ਤੁਹਾਡੀ ਚੋਲਾ ਸਾਹਿਬ ਤੇ, ਮੈਂ ਕੋਈ ਜਾਣ ਬੁੱਝ ਕੇ ਨਹੀਂ ਪਾਏ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਖੜੇ ਕਹਿਣ ਲੱਗੇ ਨਾ ਸਾਰੇ ਸਿੱਖਾਂ ਨੂੰ, ਕਹਿਣ ਲੱਗੇ ਭਾਈ ਇਹ ਤੇ ਰੱਬ ਦਾ ਪਿਆਰਾ ਬੜਾ ਹੈ, ਨਿਮਰਤਾ ਵਾਲਾ ਸਿੰਘ ਹੈ, ਚਲੋ ਕਹਿੰਦੇ ਤੁਹਾਡੇ ਦੇ ਵਿੱਚੋਂ ਆਪਣੀ ਲੜਕੀ ਦਾ ਕੋਈ ਇਹਨੂੰ ਰਿਸ਼ਤਾ ਕਰ ਦਿਓ। ਹੁਣ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਾਰੇ ਦੇ ਜਵਾਨਾਂ ਨੂੰ ਤਾਲੇ ਲੱਗ ਗਏ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਕਹਿੰਦੇ ਤੁਸੀਂ ਉਹੀ ਗੱਲ ਰੱਬ ਦੀ ਮੰਨ ਕੇ ਰਾਜੀ ਹੋ ਜਿਹੜੀ ਗੱਲ ਦੇ ਵਿੱਚ ਤੁਹਾਨੂੰ ਫਾਇਦਾ ਹੁੰਦਾ ਹੋਵੇ, ਉਹੀ ਗੱਲ ਮੰਨਦੇ ਹੋ, ਬਾਕੀ ਛੱਡਦੇ ਹੋ। ਹੁਣ ਕਹਿੰਦੇ ਤੁਹਾਡੀਆਂ ਜਵਾਨਾਂ ਨੂੰ ਕਿਉਂ ਤਾਲੇ ਲੱਗ ਗਏ, ਪਹਿਲੇ ਤੇ ਤੁਹਾਡੇ ਬੜੇ ਹੱਥ ਚੱਲਦੇ ਸੀ। ਰੱਬ ਦੇ ਨਾਲ ਮਨੁੱਖ ਦੀ ਇਸੇ ਕਰਕੇ ਨਹੀਂ ਹੋਇਆ ਕਿ ਰੱਬ ਦੀਆਂ ਉਹੀ ਗੱਲਾਂ ਮੰਨਦਾ ਜਿਹਦੇ 'ਚ ਇਹਨੂੰ ਫਾਇਦਾ ਹੁੰਦਾ ਹੋਵੇ, ਦੂਜੀਆਂ ਗੱਲਾਂ ਨਹੀਂ ਮੰਨਦਾ। ਦੂਜੀਆਂ ਗੱਲਾਂ ਤੋਂ ਇਨਕਾਰੀ ਹੋ ਜਾਂਦਾ ਹੈ। ਉਹੀ ਗੱਲ ਪਰਮਾਤਮਾ ਦੀ ਮੰਨ ਕੇ ਰਾਜੀ ਹੈ ਜਿਸ ਦੇ ਵਿੱਚ ਇਹਨੂੰ ਕੋਈ ਨਾ ਕੋਈ ਲਾਭ ਹੁੰਦਾ ਹੋਵੇ, ਤੇ ਜਿਸ ਦੇ ਵਿੱਚ ਪਤਾ ਲੱਗਦਾ ਹੋਵੇ ਕਿ ਇਹਦੇ ਵਿੱਚ ਤੇ ਬੜੀ ਔਖੀ ਹੈ ਤੇ ਸੇਵਾ ਕਰਨੀ, ਉੱਥੋਂ ਫਿਰ ਇਨਕਾਰੀ ਹੋ ਜਾਂਦਾ ਹੈ ਮਨੁੱਖ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੱਖੋ ਗੁਰੂ ਦੇ ਜਿੰਨੇ ਹੁਕਮ ਨੇ ਸਾਰਿਆਂ ਨੂੰ ਮੰਨਣ ਦੇ ਯਤਨ ਕਰੋ।
ਇਹਦਾ ਮਤਲਬ ਤੁਸੀਂ ਗੁਰੂ ਦੇ ਨਾਲ ਹੋ। ਇਸੇ ਕਰਕੇ ਗੁਰੂ ਦੇ ਤੁਸੀਂ ਨਾਲ ਹੋ ਕਿ ਜਿੱਥੇ ਤੁਹਾਨੂੰ ਫਾਇਦਾ ਹੋ ਰਿਹਾ। ਕਈ ਵਾਰੀ ਮਨੁੱਖਾਂ ਦੀ ਜ਼ਿੰਦਗੀ ਐਸੀ ਵੀ ਹੁੰਦੀ ਹੈ, ਗੁਰੂ ਦੇ ਨਾਲ ਜੁੜਦੇ ਵੀ ਇਸੇ ਕਰਕੇ ਨੇ ਵੀ ਕੋਈ ਨਾ ਕੋਈ ਫਾਇਦਾ ਹੋਊਗਾ, ਕੋਈ ਨਾ ਕੋਈ ਲਾਹਾ ਮਿਲੂਗਾ। ਕੋਈ ਕਿਸੇ ਪ੍ਰਕਾਰ ਦਾ ਲਾਹਾ ਲੈਂਦਾ, ਕੋਈ ਕਿਸੇ ਪ੍ਰਕਾਰ ਦਾ। ਕੋਈ ਕਹਿੰਦਾ ਦੁਨੀਆ ਦੇ ਵਿੱਚ ਪ੍ਰਭਤਾ ਵੱਧਦੀ ਹੈ ਜੇ ਪਰਮਾਤਮਾ ਦੇ ਚਰਨਾਂ ਵਿੱਚ ਜਾਵਾਂਗੇ। ਕੋਈ ਕਹਿੰਦਾ ਬੜਾ ਕੁਛ ਤਰ੍ਹਾਂ ਦੇ ਜਿਹੜੀ ਆਸਾ ਅਤੇ ਤ੍ਰਿਸ਼ਨਾ ਮਨੁੱਖ ਨੂੰ ਉਹਨਾਂ ਵਿੱਚ ਗਰਸਿਆ ਹੋਇਆ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਕੇਵਲ ਅਤੇ ਕੇਵਲ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਹੈ। ਇਹ ਗੁਰੂ ਨਾਨਕ ਮਹਾਰਾਜ ਨੇ 10 ਪਾਤਸ਼ਾਹੀਆਂ ਨੇ ਕਿਉਂ ਇੰਨਾ ਜ਼ੋਰ ਦਿੱਤਾ ਕਿ ਤੁਸੀਂ ਕੇਵਲ ਗੁਰੂ ਦੇ ਸ਼ਬਦ ਨਾਲ ਜੁੜਨਾ ਹੈ। ਕਾਰਨ ਕੀ ਹੈ ਕਿ ਜਦੋਂ ਮਨੁੱਖ ਹੋਰ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਦੇ ਨਾਲ ਜੁੜਦਾ ਹੈ, ਹੋਰ ਵਸਤੂ ਦੇ ਨਾਲ ਜੁੜਦਾ ਹੈ, ਤੇ ਉਹ ਕੇਵਲ ਤੇ ਕੇਵਲ ਲੋਕ ਤੱਕ ਹੀ ਸਹਾਇਤਾ ਰਹਿ ਜਾਂਦੀ ਹੈ, ਪਰਲੋਕ ਤੱਕ ਨਹੀਂ ਜਾਂਦੀ। ਤੇ ਗੁਰੂ ਦਾ ਸ਼ਬਦ ਇੱਥੇ ਜਿਉਂਦੇ ਜਾਗਦੇ ਮਨੁੱਖ ਨੂੰ ਵੀ ਸਹਾਇਤਾ ਕਰਦਾ, ਤੇ ਜਦੋਂ ਇਹ ਸਮਾਜਿਕ ਲੈਵਲ 'ਤੇ ਅਕਾਲ ਚਲਾਣਾ ਕਰ ਜਾਂਦਾ ਉਸ ਤੋਂ ਬਾਅਦ ਵੀ ਗੁਰੂ ਦਾ ਸ਼ਬਦ ਉਹਦੀ ਸਹਾਇਤਾ ਕਰਦਾ। ਤੇ ਬੰਦਾ ਕੇਵਲ ਆਸਾ ਤੇ ਤ੍ਰਿਸ਼ਨਾ ਦੇ ਵਿੱਚ ਵੱਜਿਆ ਹੋਇਆ, ਇਹ ਲੋਕ ਸਿਰਫ ਤੇ ਸਿਰਫ ਦੁਨੀਆ ਦੇ ਵਿੱਚ ਸੁੱਖ ਹੈ ਜਿਹੜੇ ਉਹ ਲੱਭ ਰਹੇ ਹੈ। ਤੇ ਗੁਰੂ ਦਾ ਸ਼ਬਦ ਜਿਹੜਾ ਹੈ ਇਹ ਮਨੁੱਖ ਨੂੰ ਇੰਨਾ ਜਾਗਰੂਕ ਕਰਦਾ ਹੈ, ਇੰਨਾ ਇਸ ਨੂੰ ਜਗਾਉਂਦਾ ਹੈ, ਪਰਲੋਕ ਦੇ ਸੁੱਖ ਵੀ ਇਸ ਨੂੰ ਮਿਲ ਜਾਂਦੇ ਨੇ। ਜਗਾਉਣਾ ਬਗਦਾਦ ਵਿੱਚ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਏ ਨੇ, ਉਹਨਾਂ ਤੋਂ ਪਹਿਲਾਂ ਇੱਕ ਉੱਥੇ ਸੰਤ ਹੋਇਆ ਅਬੂ ਨਸ਼ਰ, ਬੜਾ ਪਿਆਰਾ ਗਾਉਂਦਾ ਹੁੰਦਾ ਸੀ, ਕਿਉਂਕਿ ਪਰਮਾਤਮਾ ਨੂੰ ਹਰ ਇੱਕ ਨੇ ਵੱਖੋ ਵੱਖਰੇ ਨਾਮਾਂ ਦੇ ਨਾਲ ਹੈ ਜਿਹੜਾ ਉਹ ਗਾਇਆ ਹੋਇਆ ਹੈ। ਬਗਦਾਦ ਦੇ ਵਿੱਚ ਫਰਾਬ ਸ਼ਹਿਰ ਦੇ ਵਿੱਚ ਹੋਇਆ ਸੀ, ਤੇ ਇਸ ਨੂੰ ਫਰਾਬੀ ਹਕੀਮ ਕਹਿੰਦੇ ਸੀ ਉਸ ਵਕਤ। ਗਾਉਂਦਾ ਬੜਾ ਪਿਆਰਾ ਸੀ। ਇੱਕ ਸ਼ਾਹੂਕਾਰ ਆਇਆ, ਕਹਿਣ ਲੱਗਾ ਜੀ ਤੁਸੀਂ ਮੇਰੇ ਘਰ ਦੇ ਵਿੱਚ ਆਓ ਇੱਕ ਦਿਨ। ਉਹ ਕਹਿਣ ਲੱਗੇ ਵੀ ਤੂੰ ਬਹੁਤ ਤਕੜਾ ਸ਼ਾਹੂਕਾਰ ਹੈ, ਤੇ ਸਾਡੇ ਕੋਲ ਕੋਈ ਬਹੁਤੀ ਅਮੀਰੀ ਨਹੀਂ ਹੈ, ਤੇਰੇ ਘਰ ਦੇ ਵਿੱਚ ਆਵਾਂਗੇ ਤੇ ਅਸੀਂ ਤੇ ਫਿਰ ਇਸੇ ਤਰ੍ਹਾਂ ਹੀ ਆਵਾਂਗੇ ਨਾ ਜਿਸ ਤਰ੍ਹਾਂ ਬੈਠੇ ਨੇ, ਸਾਡੇ ਕੋਲ ਕੀ ਹੈ। ਕਹਿੰਦਾ ਜੀ ਨਹੀਂ ਤੁਸੀਂ ਆਓ। ਕਹਿੰਦੇ ਚਲੋ ਇੱਕ ਦਿਨ ਆਵਾਂਗੇ। ਘਰ ਦੇ ਵਿੱਚ ਸ਼ਾਹੂਕਾਰ ਦੇ ਰੌਣਕ ਮੇਲਾ ਲੱਗਿਆ, ਰਿਸ਼ਤੇਦਾਰ ਆਏ ਹੋਏ, ਤੇ ਇਹ ਫਕੀਰ ਵੀ ਵਗ ਗਿਆ। ਤੇ ਹੁਣ ਜਿਹਦੇ ਅਮੀਰ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੋਵੇ, ਤਕੜੇ ਤਕੜੇ ਲੋਕ ਆਏ ਹੋਣ, ਅਮੀਰ ਲੋਕ ਆਏ ਹੋਣ, ਤੇ ਉਹਨਾਂ ਦੇ ਘਰ ਦੇ ਵਿੱਚ ਗਰੀਬਾਂ ਨੂੰ ਕੌਣ ਪੁੱਛਦਾ ਹੈ? ਕਿਉਂਕਿ ਚੰਗੇ ਚੰਗੇ ਵਸਤਰ, ਚੰਗੇ ਚੰਗੇ ਫੰਕਸ਼ਨ ਦੇ ਵਿੱਚ ਬੜਾ ਕੁਛ ਕੀਤਾ। ਉਹੀ ਲਿਬਾਸ ਲੈ ਕੇ ਤੇ ਫਕੀਰ ਚਲੇ ਗਏ, ਤੇ ਉਹਨੂੰ ਦੇਖ ਕੇ ਜਿਹੜੇ ਸਾਰੇ ਸ਼ਾਹੂਕਾਰ ਦੇ ਘਰੇ, ਵੱਡਿਆਂ ਦੇ ਘਰੇ ਵੱਡੇ ਲੋਕ ਆਉਂਦੇ ਨੇ, ਤੇ ਉਹਨਾਂ ਨੇ ਸਾਰਿਆਂ ਨੂੰ ਉਹਨੂੰ ਦੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ। ਕਹਿੰਦੇ ਫਟੇ ਪੁਰਾਣੇ ਕੱਪੜਿਆਂ ਵਾਲਾ ਕਿੱਥੋਂ ਆ ਗਿਆ ਇੱਥੇ? ਫਟੇ ਪੁਰਾਣਿਆਂ ਵਾਲਾ ਕੱਪੜਿਆਂ ਵਾਲਾ ਕਿੱਥੋਂ ਆ ਗਿਆ ਇੱਥੇ? ਇਹਦੇ ਇਹੋ ਜਿਹੇ ਕੱਪੜੇ ਨੇ। ਕਿਉਂਕਿ ਦੁਨੀਆ ਕੇਵਲ ਤੇ ਕੇਵਲ ਲਿਬਾਸ ਦੇਖਦੀ ਹੈ। ਦੁਨੀਆ ਕੇਵਲ ਤੇ ਕੇਵਲ ਲਿਬਾਸ ਤੇ ਦੇਖ ਕੇ ਹੀ ਡੁੱਲ ਜਾਂਦੀ ਹੈ। ਦੁਨੀਆ ਕਿਸੇ ਦਾ ਜੀਵਨ ਨਹੀਂ ਦੇਖਦੀ ਕਿ ਕਿਸੇ ਦਾ ਜੀਵਨ ਕਿੰਨਾ ਕੁਝ ਹੈ,
केवल कला लिबास लिबास देख लिया फकीर दा ते सारिਆਂ ने ਉਹਦੇ मजाकिया रूप ਦੇ ਵਿੱਚ ਉਹਨੂੰ ਹੱਸਣਾ ਸ਼ੁਰੂ ਕਰ ਦਿੱਤਾ। ਕਹਿੰਦੇ ਸਾਡੇ ਤੇ ਨੇ कीमती कीमती वस्त्र पाए हुए ने, ये फटे पुराने कपड़िਆਂ वाला कित्थों आ गया। हसदे ने ना दुनिया दे विच, ये आम ही गल है, आम गल है। गुरु ग्रंथ साहिब जी महाराज कहते हैं, देखी कदे जिंदगी दे विच किसी दी गरीबी देख के हसी ना, वरना पछताउणा पै जूगा। देखी अवग्या ना कर बैठी। पता नहीं किहड़े रंग रूप परमात्मा अपने रचन रचदा। हो सकदा है परमात्मा अपना किहड़ा रूप धारण करके साडे घरे आवे। हसी ना किसी नूं देख के, क्योंकि हासा हमेशा दूजे दी कमजोरी ते आउंदा है, कमजोरी ते। कदे कोई ये गल तो नहीं हसदा हुंदा भी हाँ ठीक है कि साडे आंढ गवांढ दे विच कोई पुत्तर सी, वो बड़ी वड्डी तरक्की कर गया, गल्लां देख के नहीं कोई हसदा हुंदा। किसी दी गरीबी देख के जां किसी दी कमजोरी ते हासा आउंदा है। गुरु ग्रंथ साहिब जी महाराज कहंदे ने, देखी हसी ना किसी नूं देख के, मजाक ना उड़ाई किसी दा, वरना तेरी ये जिंदगी मजाक बन के रह जानी है। सारिਆਂ ने देख के हसे, बड़े हसे सारे देख के उन्होंने। शाहूकार ने कहते शाहूकारा देख लिया, फिर उन्हें गाउणा शुरू किया। फकीर ने ऐसा राग गाया कि जेड़े हसदे सी सारे दे सारिਆਂ ने रोना शुरू कर दिता। फिर गाया, ऐसा गाया कि सारे रोंदे रोंदे सारे दे सारे सौ गए। फिर ऐसा गाया, बिल्कुल सौ गए। तीन पढ़दे अंदर पहला हसाए, फिर रवाए, फिर समाए। तीन पढ़दे। गुरु ग्रंथ साहिब जी महाराज का शब्द इहो जिहा है जिहड़ा सुत्ते पे मनुखां नूं जगाउण दे यतन करदा। सुत्ते हुए मनुख, सुत्ते हुए शब्द जिहड़ा चौथे पड़दे दे अंदर जाके जिहड़े मनुख सुत्ते पे ने, जिन्हां दा मन सुत्तिया पिया है, उन्हां नूं जगाउण दी समर्था गुरु दा शब्द रखदा है। सुत्ते हुए मन नूं जगाउण वास्ते समाज सृष्टि दे विच कोई भी ऐसी चीज़ नहीं है जिहड़ी सुत्ते हुए मन नूं जगा दे। केवल गुरु दा शब्द है, गल्ला केवल गुरु दा शब्द। ते जां गुरु दे रब दे प्यारे बख्शे हुए ने जिहड़े जन्म ते मरण तो रहत होके समाज दे विच आउंदे ने। संत जन, साधु महात्मा चौथे पड़दे दे विच जाके गुरु दा शब्द मनुखता नूं जगाउंदा है, मनुख दे सुत्ते हुए मन नूं। ये नहीं है कि मनुख नूं किसी नूं बाहों पकड़ के उठाया जाता है। सुत्ते हुए मनुख नूं इन्हूं तां गुरु साहिब जी महाराज कहंदे ने, गुर सतगुर का जो सिख अखाए, सो भल के उठ हर नाम ते आवे। उद्यम करे भल के प्रभाती, इशनान करे अमृत सरन आवे। गुरबाणी दे विच ये शब्द है गुरु महाराज दा। जिहड़ा अमृत वेले दा उठना है, इशनान पान करना है, तैयार बर तैयार होना है, गुरु साहिब जी महाराज कहते ये तेरा उद्यम उपराला तू करना है। ये उद्यम उपराला करना है तू। ये उद्यम उपराला अपने शरीर नूं जगाउण दा तू करना है।
ਜਿਹੜਾ ਤੇਰਾ ਮਨ ਸੁੱਤਾ ਪਿਆ ਉਹਨੂੰ ਗੁਰੂ ਦਾ ਸ਼ਬਦ ਜਗਾਏਗਾ। ਮਨ ਸੋਇਆ ਮਾਇਆ ਵਿਸਮਾਦ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਮਾਇਆ ਦੇ ਵਿਸਮਾਦ ਕਰਕੇ ਤੇਰਾ ਸੁੱਤਾ ਹੋਇਆ ਮਨ ਹੈ, ਇਹਨੂੰ ਗੁਰੂ ਦਾ ਸ਼ਬਦ ਜਗਾਏਗਾ। ਸਿਵਾਏ ਗੁਰੂ ਦੇ ਸ਼ਬਦ ਤੋਂ ਬਿਨਾਂ ਇਹਨੂੰ ਸੁੱਤੇ ਹੋਏ ਮਨ ਨੂੰ ਕਿਸੇ ਨੇ ਹੋਰ ਜਗਾਉਣਾ ਨਹੀਂ ਹੈ। ਸਾਰੀ ਬਗਦਾਦ ਦੀ ਧਰਤੀ ਦੇ ਲੋਕ ਸੀ ਜਿਹੜੇ, ਉਹਨਾਂ ਦੇ ਸਭ ਦੇ ਮਨ ਸੁੱਤੇ ਹੋਏ ਸੀ, ਸਭ ਦੇ। ਸਰੀਰ ਕਰਕੇ ਅਸੀਂ ਜਾਗਦੇ ਹਾਂ ਅੰਮ੍ਰਿਤ ਵੇਲੇ, ਤਾਂ ਸਰੀਰ ਨੂੰ ਜਗਾਉਣ ਦੇ ਯਤਨ ਮਨੁੱਖ ਖੁਦ ਕਰਦਾ ਹੈ। ਬਖਸ਼ਿਸ਼ ਤੇ ਪਰਮਾਤਮਾ ਦੀ ਚੱਲ ਰਹੀ ਹੈ ਸਾਰਾ ਕੁਝ। ਸਾਡਾ ਜੰਮਣਾ, ਸਾਡਾ ਜੀਵਣਾ, ਸਾਡਾ ਅੰਤ ਹੋਣਾ, ਸ੍ਰਿਸ਼ਟੀ ਚੱਲ ਰਹੀ ਹੈ, ਇਹ ਸਭ ਕੁਝ ਤੇ ਬਖਸ਼ਿਸ਼ ਪਰਮਾਤਮਾ ਦੀ ਚੱਲ ਰਹੀ ਹੈ। ਪਰ ਜਿਹੜਾ ਕੋਈ ਸਰੀਰ ਦਾ ਜਗਾਉਣਾ ਹੈ, ਉਹਦੇ ਵਿੱਚ ਤੇ ਮਨੁੱਖ ਜੇ ਅੰਮ੍ਰਿਤ ਵੇਲੇ ਨਾ ਜਾਗੇਗਾ ਤੇ ਫਿਰ ਦਿਨ ਚੜ੍ਹਦੇ ਨੂੰ ਤਾਂ ਉਹਨੂੰ ਆਪਣੇ ਆਪ ਹੀ ਜਾਗ ਆ ਜਾਣੀ ਹੈ। ਸਰੀਰ ਤੇ ਸਾਰੇ ਉੱਠਦੇ ਨੇ, ਪਰ ਫਿਰ ਜਿਹੜੇ ਦਿਨ ਚੜ੍ਹੇ ਉੱਠਦੇ ਨੇ, ਫਿਰ ਉਹਨਾਂ ਨੂੰ ਤਸਵੀ ਤੇ ਫਿਰ ਪਸ਼ੂਆਂ ਦੇ ਨਾਲ ਦੇਣੀ ਪੈਂਦੀ ਹੈ, ਮਨੁੱਖਾਂ ਦੇ ਨਾਲ ਨਹੀਂ ਦੇਣੀ ਪੈਂਦੀ। ਇਹ ਉਦਮ ਉਪਰਾਲਾ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰਾ, ਜਿਹੜਾ ਤੇਰਾ ਮਨ ਸੁੱਤਾ ਪਿਆ ਇਹਨੂੰ ਜਗਾਉਣ ਵਾਸਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਸ਼ਬਦ ਹੈ ਤੇਰੇ ਵਾਸਤੇ। ਤੇ ਸ਼ਬਦ ਦੇ ਨਾਲ ਮਨੁੱਖ ਜਿਹੜਾ ਹੈ ਇਹ ਜੁੜਨ ਦੇ ਯਤਨ ਪਿਆ ਕਰਦਾ ਹੈ ਕਿ ਇਹ ਪਰਮਾਤਮਾ ਕਿਵੇਂ ਨਾ ਕਿਵੇਂ ਕਿਰਪਾ ਹੋ ਜੇ ਆਪ ਜੀਆਂ ਦੀ, ਕਿ ਜਿਹੜਾ ਗੁਰੂ ਦਾ ਸ਼ਬਦ ਹੈ ਇਸ ਦੇ ਨਾਲ ਸਾਡਾ ਸੁੱਤਾ ਹੋਇਆ ਮਨ ਜਾਗ ਜਾਵੇ। ਤੇ ਜਾਗੇ ਹੋਏ ਮਨ ਦੀ ਫਿਰ ਇਹ ਨਿਸ਼ਾਨੀ ਹੈ। ਜਾਗੇ ਹੋਏ ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਜਾਗੇ ਹੋਇਆਂ ਦੀ ਨਿਸ਼ਾਨੀ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕੋਈ ਵੇਲਾ ਹੈ ਜੋ ਇਸ ਗ੍ਰਹਿ, ਇਸ ਸਰੀਰ ਰੂਪੀ ਘਰ ਦੇ ਅੰਦਰ ਜਾਗਦਾ ਹੈ, ਤੇ ਸਾਬਤ ਵਸਤੂ ਵੀ ਉਸੇ ਨੂੰ ਪ੍ਰਾਪਤ ਹੁੰਦੀ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤੂ ਆਪਣੀ ਲੈ। ਕੋਈ ਵਿਰਲੇ ਵਾਂਝੇ ਜਾਗਦੇ ਨੇ ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਸੁੱਤੇ ਹੋਏ ਮਨ ਨੂੰ ਅੰਦਰੋਂ ਜਗਾ ਲੈਂਦੇ ਨੇ। ਜਿੰਨਾ ਟਾਈਮ ਮਨ ਸੁੱਤਾ ਪਿਆ ਹੈ, ਹੁਣ ਮਨ ਜਾਗੇ ਦੀ ਤੇ ਮਨ ਸੁੱਤੇ ਦੀਆਂ ਨਿਸ਼ਾਨੀਆਂ ਕੀ ਨੇ? ਕੀ ਨਿਸ਼ਾਨੀਆਂ ਨੇ? ਜਿੰਨਾ ਟਾਈਮ ਮਨੁੱਖ ਦਾ ਮਨ ਸੁੱਤਾ ਪਿਆ ਹੈ, ਦੁਨੀਆ ਦੇ ਸਾਰੇ ਪਦਾਰਥਾਂ ਵਿੱਚੋਂ ਰਸ ਆਵੇਗਾ। ਦੇਖਣ ਦਾ ਵੀ ਬੜਾ ਰਸ ਆਵੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀ ਦੇਖਣ ਰੱਜੀਆਂ ਬਹੁ ਰੰਗ ਤਮਾਸੇ। ਮਨ ਤੇ ਸੁੱਤਾ ਪਿਆ ਨਾ, ਤੇ ਅੱਖੀਆਂ ਤੇ ਸਾਰੇ ਦੇ ਸਾਰੇ ਦੁਨੀਆ ਦੇ ਰੰਗ ਤਮਾਸੇ ਦੇਖ ਕੇ ਹਜੇ ਰੱਜੀਆਂ ਹੀ ਨਹੀਂ, ਰੱਜੀਆਂ ਹੀ ਨਹੀਂ ਹੈ ਹਜੇ ਤੱਕ। ਜਿਹੜੇ ਸ਼ਰਵਣ ਨੇ ਇਹ ਕਿਸੇ ਦੀਆਂ ਗੱਲਾਂ ਸੁਣ ਕੇ ਰੱਜੇ ਨਹੀਂ ਹੈ। ਹਜੇ ਤੱਕ ਜਿਹੜੀ ਰਸਨਾ ਹੈ ਇਹ ਝੂਠ ਬੋਲ ਕੇ, ਫਿੱਕਾ ਬੋਲ ਕੇ, ਵਿਅਰਥ ਬੋਲ ਕੇ, ਕੂੜ ਬੋਲ ਕੇ ਹਜੇ ਤੱਕ ਇਹ ਰੱਜੀ ਨਹੀਂ ਹੈ, ਬੋਲਦੀ ਹੈ। ਤੇ ਹਜੇ ਤੱਕ ਵੀ ਜੇ ਦੁਨੀਆ ਦੀ ਸਾਰੀਆਂ ਵਸਤੂਆਂ ਦੇ ਵਿੱਚੋਂ ਰਸ ਆ ਰਿਹਾ ਹੈ ਤਾਂ ਸਮਝ ਲੈਣਾ ਕਿ ਮਨ ਹਜੇ ਸੁੱਤਾ ਪਿਆ ਹੈ। ਤੇ ਜਿਸ ਦਿਨ ਮਨ ਜਾਗਿਆ ਉਸੇ ਦਿਨ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਕੇਵਲ ਗੁਰੂ ਦੇ ਸ਼ਬਦ ਤੋਂ ਬਿਨਾ ਜਿਹੜਾ ਤੈਨੂੰ ਹੋਰ ਕੋਈ ਵੀ ਰਸ ਮਿਲੇਗਾ ਤੇਰੇ ਵਾਸਤੇ ਫਿੱਕਾ ਹੀ ਹੋਵੇਗਾ। ਉਸੇ ਦਿਨ ਦੁਨੀਆ ਤੇਰੇ ਵਾਸਤੇ ਤੁੱਛ ਰਹਿ ਜਾਣੀ ਹੈ। ਅੱਜ ਦੁਨੀਆ ਵੱਡੀ ਹੈ, ਭਗਵਾਨ ਛੋਟਾ ਲੱਗਦਾ ਹੈ, ਉਸੇ ਦਿਨ ਭਗਵਾਨ ਵੱਡਾ ਲੱਗੇਗਾ, ਦੁਨੀਆ ਤੁੱਛ ਰਹਿ ਜਾਣੀ ਹੈ। ਅੱਜ ਦੁਨੀਆ ਦੇ ਸਾਰੇ ਪਦਾਰਥਾਂ ਵਿੱਚੋਂ ਰਸ ਆਉਂਦਾ ਹੈ, ਜਾਗੇ ਹੋਏ ਮਨ ਦੇ ਨਾਲ ਤੈਨੂੰ ਨਾਮ ਰਸ ਜਿਸ ਦਿਨ ਮਿਲ ਗਿਆ, ਬਾਕੀ ਦੇ ਸਭ ਰਸ ਫਿੱਕੇ ਪੈ ਜਾਣ। ਦੁਨੀਆ ਦੇ ਕਿਹੜੇ ਰਸ ਨੇ? ਨਾਮ ਰਸ ਤੋਂ ਸਾਰੇ ਦੇ ਸਾਰੇ ਕੁਰਬਾਨ ਕੀਤੇ ਜਾ ਸਕਦੇ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਇਹ ਜਾਗੇ ਹੋਏ ਮਨ ਦੀਆਂ ਨਿਸ਼ਾਨੀਆਂ ਨੇ।
ਹਜੇ ਤੱਕ ਤੇ ਮਾਇਆ ਦੇ ਵਿਸਮਾਦ ਕਰਕੇ ਸੁੱਤਾ ਪਿਆ ਹੈ। ਬਹੁਤ ਸਾਰੀ ਦੁਨੀਆ ਦੇ ਹਜੇ ਤੱਕ ਰਸ ਆ ਰਿਹਾ ਹੈ, ਹਜੇ ਤੱਕ ਰਸ ਆ ਰਿਹਾ ਹੈ। ਭਾਵੇਂ ਉਹ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿਮਰਨ ਬੜਾ ਕਰਦੇ ਹਾਂ, ਬੰਦਗੀ ਕਰਦੇ ਹਾਂ, ਸੇਵਾ ਕਰਦੇ ਹਾਂ, ਬਥੇਰੀ ਦੁਨੀਆ ਐਸੀ ਹੈ, ਪਰ ਸੇਵਾ ਕਰਦਿਆਂ ਕਰਦਿਆਂ ਜਿਸ ਦਿਨ ਆਪਣਾ ਮਨ ਨਿਰਮਲ ਹੋ ਗਿਆ, ਉਸੇ ਦਿਨ ਇਸ ਮਨੁੱਖ ਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ। ਰਸ ਤੇ ਹਜੇ ਤੱਕ ਆਏ ਕੋਈ ਨਹੀਂ, ਕੋਈ ਰਸ ਨਹੀਂ ਆਇਆ ਹਜੇ ਤੱਕ। ਹਜੇ ਤੱਕ ਤੇ ਮਨੁੱਖ ਆਪਣੇ ਕੇਵਲ ਤੇ ਕੇਵਲ ਕਬਜ਼ਾ ਜਮਾ ਰਿਹਾ ਹੈ। ਗੁਰੂ ਤੇਰਾ ਦਿੱਤਾ ਸਾਰਾ ਕੁਝ ਹੈ, ਘਰ-ਬਾਰ, ਮਕਾਨ, ਧਨ, ਦੌਲਤ, ਪਦਾਰਥ, ਜੋ ਕੁਛ ਦਿੱਤਾ ਹੈ, ਔਲਾਦ, ਜੋ ਕੁਛ ਹੈ ਤੇਰਾ ਹੈ, ਪਰ ਇਹ ਤੇ ਮੋਹਰ ਮੇਰੀ ਆਪਣੀ ਲੱਗੀ ਹੋਈ ਹੈ, ਮੇਰਾ ਹੈ ਵੀ ਤੇਰਾ, ਫਿਰ ਵੀ ਮੇਰਾ ਹੈ। ਹਜੇ ਤੱਕ ਆਪਣੀ ਮੋਹਰ ਨਹੀਂ ਚੱਕੀ ਇਸਨੇ, ਹਜੇ ਤੱਕ ਆਪਣੀ ਮੋਹਰ ਨਹੀਂ ਚੱਕੀ ਇਸਨੇ। ਜੇ ਇਸਨੇ ਆਪਣੀ ਮੋਹਰ ਚੱਕੀ ਹੁੰਦੀ ਤੇ ਫਿਰ ਇਹਨੇ ਬਾਬੇ ਮੋਤੀ ਰਾਮ ਮਹਿਰੇ ਦੀ ਤਰ੍ਹਾਂ ਇਹਦਾ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਕੋਲੂ ਵਿੱਚ ਦੀ ਪੀੜਿਆ ਜਾਣਾ, ਇਹਨੇ ਸੀ ਤੱਕ ਨਹੀਂ ਕਰਨੀ ਸੀ, ਜੇ ਹਜੇ ਤੱਕ ਗੁਰੂ ਦਾ ਬਣਿਆ। ਪਰ ਹਜੇ ਤੱਕ ਇਹਨੂੰ ਦੁਨੀਆ ਦੇ ਰਸ ਆ ਰਿਹਾ ਹੈ। ਤੋ ਜੇ ਸਾਨੂੰ ਹਜੇ ਤੱਕ ਵੀ ਦੁਨੀਆ ਦੇ ਸਾਰੀ ਸਰਬ ਜਗ੍ਹਾ ਤੋਂ ਰਸ ਮਿਲ ਰਿਹਾ ਹੈ, ਤਾਂ ਸਮਝ ਲੈਣਾ ਕਿ ਹਜੇ ਤੱਕ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਨਹੀਂ, ਕਿਉਂਕਿ ਜਿਸ ਦਿਨ ਨਾਮ ਰਸ ਮਿਲਿਆ ਉਸੇ ਦਿਨ ਸਭ ਦੇ ਸਭ ਫਿੱਕੇ ਪੈ ਜਾਣੇ ਨੇ। ਹਜੇ ਤੱਕ ਤੇ ਮਨੁੱਖ ਨੂੰ ਆਸਾ ਤੇ ਤ੍ਰਿਸ਼ਨਾ ਜਿਹੜੀਆਂ ਨੇ, ਇਹ ਤਰਸਾਲੂ ਮਨੁੱਖ ਇੰਨਾ ਹੋ ਗਿਆ ਕਿ ਇਹਨੂੰ ਤ੍ਰਿਸ਼ਨਾ ਹੀ ਪਰਮਾਤਮਾ ਦੇ ਘਰ ਦੇ ਵਿੱਚ ਲੈ ਕੇ ਆ ਰਹੀ ਹੈ। ਇਹਨੂੰ ਤ੍ਰਿਸ਼ਨਾ ਹੀ ਕਹਿ ਰਹੀ ਹੈ ਕਿ ਤੂੰ ਪਰਮਾਤਮਾ ਦੀ ਸੇਵਾ ਕਰ, ਇਹਨੂੰ ਤ੍ਰਿਸ਼ਨਾ ਹੀ ਕਹਿ ਰਹੀ ਹੈ ਕਿ ਤੂੰ ਬਾਣੀ ਪੜ੍ਹ, ਇਹਨੂੰ ਤ੍ਰਿਸ਼ਨਾ ਹੀ ਕਹਿ ਰਹੀ ਹੈ ਕਿ ਤੂੰ ਗੁਰੂ ਦੇ ਸੰਗਤ ਕਰ। ਹਜੇ ਤੱਕ ਮਨੁੱਖ ਆਪਣੇ ਲੈਵਲ ਤੇ, ਮਨੁੱਖਤਾ ਦੇ ਲੈਵਲ ਤੇ ਆਇਆ ਨਹੀਂ। ਤਾਂ ਗੁਰਬਾਣੀ ਨੇ ਤੇ ਸਾਰੀ ਪਾਤਸ਼ਾਹੀਆਂ ਨੇ ਬੜਾ ਆਨੰਦ ਦੇ ਵਿੱਚ ਲਿਖਿਆ, ਐ ਮਨੁੱਖ, ਗੁਰੂ ਨਾਨਕ ਮਹਾਰਾਜ ਵਾਰੀ ਵਾਰੀ ਕਹਿੰਦੇ ਨੇ ਕਿ ਐ ਮਨੁੱਖ, ਐ ਬੰਦੇ, ਤੂੰ ਬੰਦਾ ਬਣ ਜਾ। ਵਾਰੀ ਵਾਰੀ ਗੁਰੂ ਦੇ ਸ਼ਬਦ ਪੜ੍ਹਦੇ ਆ ਨਾ ਅਸੀਂ, ਕਰ ਬੰਦੇ ਤੂੰ ਬੰਦਗੀ, ਤੂੰ ਬੰਦਾ ਬਣ ਜਾ। ਫਿਰ ਬੰਦਾ ਬਣ ਕੇ ਤੂੰ ਬੰਦਗੀ ਬਣੀ, ਪਰਮਾਤਮਾ ਕਹਿੰਦੇ ਮੈਂ ਤੈਨੂੰ ਆਪਣਾ ਅਸਲੀ ਰੂਪ ਹੀ ਦੇ ਦੇਣਾ, ਅਸਲੀ ਰੂਪ ਹੀ ਬਣ ਜਾਵੇਗਾ। ਪਰ ਹਜੇ ਤੱਕ ਤ੍ਰਿਸ਼ਨਾ ਦੇ ਤਰਸਾਲੂ ਕਰਕੇ, ਤਰਸਾਲੂ ਮਨੁੱਖ ਹੈ, ਤ੍ਰਿਸ਼ਨਾ ਕਰਕੇ ਹਜੇ ਤੱਕ ਤੈਨੂੰ ਤ੍ਰਿਸ਼ਨਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜੀ ਬੈਠੀ ਹੈ, ਤੂੰ ਖੁਦ ਨਹੀਂ ਜੁੜਿਆ ਹੋਇਆ। ਤੇ ਤ੍ਰਿਸ਼ਨਾ ਜਦ ਇਸ ਦਾ ਮਨ ਕਰੇ, ਇਹ ਰੱਬ ਦੇ ਨਾਲ ਜੋੜ ਲੈਂਦੀ ਹੈ। ਤੇ ਜਦੋਂ ਇੱਕ ਤ੍ਰਿਸ਼ਨਾ ਪੂਰੀ ਹੋ ਗਈ, ਉਦੋਂ ਇਹ ਕਹਿ ਦਿੰਦੀ ਹੈ ਵੀ ਹੁਣ ਤੇ ਮੈਂ ਪੂਰੀ ਹੋ ਗਈ, ਹੁਣ ਤੂੰ ਰੱਬ ਕੋਲੇ ਕੀ ਲੈਣ ਜਾਣਾ, ਛੱਡ ਖੜਾ, ਫਿਰ ਹਟ ਜਾਂਦਾ। ਇੱਕ ਤ੍ਰਿਸ਼ਨਾ ਪੂਰੀ ਹੋਈ ਤਾਂ ਮਾਫ ਕਰਨਾ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ ਮਾਨਾ ਹੋਰੇ, ਪਰੈ ਪਰਾ ਹੀ ਕੋ ਲੂਝੀ। ਜੇ ਇੱਕ ਤ੍ਰਿਸ਼ਨਾ ਪੂਰੀ ਹੋ ਗਈ, 1000 ਤ੍ਰਿਸ਼ਨਾ ਨੂੰ ਉਹ ਜਨਮ ਦੇ ਜਾਵੇਗੀ। ਕਿੰਨੀਆਂ ਕੁ ਪੂਰੀਆਂ ਕਰੇਗਾ? ਜਿੱਦੇ ਨੂੰ ਤੇਰੀ 1000 ਤ੍ਰਿਸ਼ਨਾ ਪੂਰੀ ਹੋ ਗਈ, ਉਸ ਦਿਨ ਤੇਰਾ ਜਨਮ ਖਤਮ ਹੋ ਜਾਣਾ। ਹਜੇ ਤੱਕ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਤ੍ਰਿਸ਼ਨਾ ਜੋੜੀ ਬੈਠੀ ਹੈ। ਜਦੋਂ ਤ੍ਰਿਸ਼ਨਾ ਪੂਰੀ ਹੋ ਜਾਂਦੀ ਹੈ, ਬਥੇਰੇ ਹੁੰਦੇ ਨੇ ਕਿ ਜੇ ਅਸੀਂ ਤੇ 11 ਦਿਨ ਜਪਜੀ ਸਾਹਿਬ ਦਾ ਪਾਠ ਕਰਨਾ ਹੈ, 12ਵੇਂ ਦਿਨ ਨਹੀਂ ਕਰਨਾ। ਕਿਉਂ? 12ਵੇਂ ਦਿਨ ਕੀ ਹੋ ਜਾਊਗਾ? ਜਾਂ ਤਾਂ 12ਵੇਂ ਦਿਨ ਰੋਟੀ ਵੀ ਨਾ ਖਾਇਓ। ਫਿਰ ਜੀ ਅਸੀਂ ਤੇ 21 ਦਿਨ 41 ਦਿਨ ਗੁਰੂ ਦੇ ਘਰ ਦੀ ਸੇਵਾ ਕਰਨੀ ਹੈ। ਫਿਰ ਤੁਸੀਂ ਰੋਟੀ ਵੀ ਤਾਂ 41 ਦਿਨ ਹੀ ਖਾ ਲਓ, 42ਵੇਂ ਦਿਨ ਨਾ ਖਾਇਓ। ਇਹਨੂੰ ਕੀ ਕਹਿੰਦੇ ਨੇ? ਤ੍ਰਿਸ਼ਨਾ ਕਰਕੇ। ਤੇ ਗੁਰੂ ਸਾਹਿਬ ਜੀ ਮਹਾਰਾਜ ਮਨੁੱਖ ਨੂੰ ਰੋਕਦੇ ਨੇ ਕਿ ਜਦੋਂ ਤੂੰ ਪਰਮਾਤਮਾ ਦੇ ਚਰਨਾਂ ਵਿੱਚ ਆਵੇਂਗਾ
ਚੱਲੇਗਾ ਘਰੋਂ, ਪਰਮਾਤਮਾ ਨੂੰ ਉਦੋਂ ਹੀ ਪਤਾ ਹੈ ਕਿ ਤੂੰ ਕੀ ਲੈਣ ਵਾਸਤੇ ਆਇਆ ਹੈ। ਪਰ ਸਿਰਫ ਤੂੰ ਪਰਮਾਤਮਾ ਦੇ ਘਰ ਦੇ ਵਿੱਚ ਆ ਕੇ ਬੰਦਾ ਬਣ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਕਹਿੰਦੇ ਨੇ ਬੰਦੇ ਨੂੰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪੱਕੀ ਮੋਹਰ ਲਾਈ ਹੈ, ਤੇਰੀ ਕੀਤੀ ਹੋਈ ਅਰਦਾਸ ਕਦੇ ਵਿਅਰਥ ਨਹੀਂ ਜਾਊਗੀ, ਪਰ ਤੂੰ ਬੰਦਾ ਬਣ ਕੇ ਅਰਦਾਸ ਕਰ। ਮਹਾਰਾਜ ਜੀ ਕਹਿੰਦੇ ਬੰਦਾ ਬਣ ਕੇ। ਹਜੇ ਤੱਕ ਤੇ ਤ੍ਰਿਸ਼ਨਾ ਤੈਨੂੰ ਜਿਹੜਾ ਹੈ, ਤ੍ਰਿਸ਼ਨਾ ਨੇ ਤੈਨੂੰ ਤਰਸਾਲੂ ਇੰਨਾ ਬਣਾਇਆ ਹੋਇਆ ਕਿ ਤੂੰ ਖੁਦ ਵੀ ਆਪਣੇ ਆਪ ਨੂੰ ਭੁੱਲ ਗਿਆ ਕਿ ਮੈਂ ਸੰਸਾਰ ਦੇ ਵਿੱਚ ਲੈਣ ਕੀ ਵਾਸਤੇ ਆਇਆ ਸੀ। ਖੁਦ ਵੀ ਭੁੱਲ ਗਿਆ। ਬਥੇਰੇ ਕਿਤਾਬਾਂ ਵੀ ਛਪੀਆਂ ਨੇ, ਤਰਸਾਲੂ ਮਨੁੱਖਾਂ ਨੇ ਛਾਪੀਆਂ ਹੋਈਆਂ ਨੇ ਤੇ ਪੜ੍ਹਨ ਵਾਲੇ ਪੜ੍ਹਦੇ ਨੇ। ਕਹਿੰਦੇ ਤੁਸੀਂ ਗੁਰੂ ਦੇ ਇਹ ਸ਼ਬਦ ਦਾ ਇੰਨੇ ਦਿਨ ਅਭਿਆਸ ਕਰੋ ਤੇ ਤੁਹਾਡੇ ਘਰ ਦੇ ਵਿੱਚ ਧਨ ਆਊਗਾ। ਇਹ ਧਨ ਆ ਗਿਆ ਫਿਰ ਕੀ ਹੋ ਜਾਊਗਾ? ਧਨ ਵਾਲੇ ਬੰਦਿਆਂ ਨੂੰ ਕਿਹੜਾ ਰੋਗ ਨਹੀਂ ਲੱਗਦੇ, ਉਹ ਕਿਹੜਾ ਦੁਖੀ ਨਹੀਂ, ਉਹ ਕਿਹੜਾ ਮਰ ਕੇ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਜਾਂਦੇ। ਜੇ ਧਨ ਆ ਗਿਆ ਫਿਰ ਵੀ ਕੀ ਹੋਊ? ਫਿਰ ਕਹਿੰਦੇ ਹੋਰ ਉਹ ਇੱਕ ਕਿਤਾਬਾਂ ਛਪੀਆਂ ਹੋਈਆਂ ਨੇ, ਉਹਦੇ ਵਿੱਚ ਸਪੈਸ਼ਲ ਸ਼ਬਦ ਲਿਖੇ ਹੋਏ ਨੇ। ਥੱਲੇ ਸ਼ਬਦਾਂ ਦੇ ਉੱਤੇ ਹੈਡਿੰਗ ਦਿੱਤਾ ਹੋਇਆ ਕਿ ਜੇ ਤੁਸੀਂ ਆਹ ਸ਼ਬਦ ਦਾ ਇੰਨੇ ਦਿਨ ਅਭਿਆਸ ਕਰੋਗੇ ਤੁਹਾਨੂੰ ਧਨ ਮਿਲੂਗਾ, ਪੁੱਤਰ ਦੀ ਦਾਤ ਮਿਲੇਗੀ, ਤੁਹਾਨੂੰ ਇਹ ਮਿਲੇਗਾ। ਤੇ ਬੜੀ ਦੁਨੀਆ ਐਸਾ ਕਰਦੀ ਵੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਕੇਵਲ ਤ੍ਰਿਸ਼ਨਾ ਕਰਕੇ ਪਰਮਾਤਮਾ ਨਾਲ ਜੁੜਨਾ। ਤੂੰ ਖੁਦ ਕਿਉਂ ਨਹੀਂ ਜੁੜਦਾ? ਸ਼ਬਦ ਦਾ ਤਾਂ ਅਭਿਆਸ ਕਰ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੂੰ ਤੇ ਇਕੱਲੇ ਕਹਿਣਾ ਕਿ ਇੱਕ ਸ਼ਬਦ ਅਭਿਆਸ ਦੇ ਨਾਲ ਮੇਰੇ ਘਰੇ ਧਨ ਆ ਜਾਊਗਾ, ਮੇਰੇ ਘਰੇ ਪੁੱਤਰ ਦੀ ਦਾਤ ਆ ਜੂ, ਸਾਡੇ ਘਰ ਦੇ ਵਿੱਚ ਸੁੱਖ ਆ ਜਾਣਗੇ। ਗੁਰੂ ਨਾਨਕ ਮਹਾਰਾਜ ਜੀ ਹਵਾਲਾ ਦਿੰਦੇ ਨੇ, ਸੱਜਣਾ ਤੂੰ ਗੁਰੂ ਦੇ ਸ਼ਬਦ ਦਾ ਅਭਿਆਸ ਕਰਦਾ ਰਹਿ, ਮੈਂ ਲੋਕ ਤੇ ਪਰਲੋਕ ਦੇ ਸਾਰੇ ਸੁੱਖ ਤੇਰੇ ਕਦਮਾਂ ਦੇ ਵਿੱਚ ਰੱਖ ਦੇਣੇ ਨੇ। ਸਾਰੇ ਸੁੱਖ ਤੇਰੇ ਕਦਮਾਂ ਦੇ ਵਿੱਚ ਰੱਖ ਦੇਣੇ ਨੇ। ਪਰ ਹਜੇ ਤੱਕ ਜਿਹੜੀ ਮਨੁੱਖ ਦੀ ਆਸਥਾ ਤ੍ਰਿਸ਼ਨਾ ਜਿਹੜੀ ਹੈ ਇਹ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੈ ਕੇ ਆਉਂਦੀ ਹੈ। ਤੇ ਤ੍ਰਿਸ਼ਨਾ ਜਦੋਂ ਪੂਰੀ ਹੋ ਜਾਂਦੀ ਹੈ ਫਿਰ ਇਹ ਮਨੁੱਖ ਨੂੰ ਕਹਿ ਦਿੰਦੀ ਹੈ ਕਿ ਚਲੋ ਹੁਣ ਕੋਈ ਗੱਲ ਨਹੀਂ, ਹੁਣ ਤੂੰ ਇਹ ਗੁਰੂ ਦਾ ਸ਼ਬਦ ਹੈ ਜਿਹੜਾ ਗੁਰੂ ਦੇ ਦਰ 'ਤੇ ਜਿਹੜਾ ਜਾਣਾ ਇਹਨੂੰ ਛੱਡ। ਤੋ ਤ੍ਰਿਸ਼ਨਾ ਕਰਕੇ ਪਰਮਾਤਮਾ ਦੇ ਨਾਲ ਨਹੀਂ ਜੁੜਨਾ। ਗੁਰੂ ਦਾ ਸ਼ਬਦ ਸਮਰੱਥਾ ਰੱਖ ਰਿਹਾ ਹੈ ਕਿ ਜਿਹੜਾ ਮਨੁੱਖ ਦਾ ਸੁੱਤਾ ਹੋਇਆ ਮਨ ਹੈ ਇਹਨੂੰ ਜਗਾਉਣਾ ਤੇ ਕੇਵਲ ਗੁਰੂ ਦੇ ਸ਼ਬਦ ਦੇ ਨਾਲ ਜਗਾਇਆ ਜਾਏਗਾ। ਤੇ ਜੇ ਕਿਸੇ ਦਾ ਮਨ ਜਾਗਿਆ ਹੋਇਆ ਹੈ ਉਹਦੇ ਵਾਸਤੇ ਦੁਨੀਆ ਦੇ ਸਾਰੇ ਰਸ ਫਿੱਕੇ ਨੇ, ਗੁਰੂ ਦੇ ਸ਼ਬਦ ਦੇ ਵਿੱਚ ਉਹਨੂੰ ਰਸ ਆਉਂਦਾ ਹੈ। ਤੇ ਜਿਹਦਾ ਮਨ ਪਿਆ ਸੁੱਤਾ ਉਹ ਤੇ ਫਿਰ ਕਹਿੰਦਾ ਵੀ ਪਹਿਲੇ ਤੇ ਬਚਪਨੇ ਦੇ ਵਿੱਚ ਜ਼ਿੰਦਗੀ ਲੰਘਾ ਲਈ, ਜਵਾਨੀ ਦੇ ਵਿੱਚ ਵੀ ਕੋਈ ਬਹੁਤਾ ਬੈਨੀਫਿਟ ਨਹੀਂ ਕਮਾ ਸਕੇ, ਚਲੋ ਹੁਣ ਬੁਢੇਪੇ ਦੇ ਵਿੱਚ 5-4 ਕੰਮ ਇਕੱਠੇ ਕਰ ਲਈਏ, ਹੁਣ ਕਮਾਵਾਂਗੇ ਪੈਸਾ। ਰਸ ਆਉਣ ਲੱਗ ਜਾਂਦਾ। ਜਿਵੇਂ ਜਿਵੇਂ ਸਮਾਜਿਕ ਲੈਵਲ 'ਤੇ ਮਨੁੱਖ ਵਡੇਰੀ ਉਮਰ ਦੇ ਵਿੱਚ ਜਾਂਦਾ ਹੈ ਉਵੇਂ ਉਵੇਂ ਉਸ ਦੀਆਂ ਤ੍ਰਿਸ਼ਨਾਵਾਂ ਜਿਹੜੀਆਂ ਨੇ ਉਹ ਵੱਧਦੀਆਂ। ਅਤੇ ਇੱਥੇ ਤ੍ਰਿਸ਼ਾਲੂ ਮਨੁੱਖ ਵਾਸਤੇ ਕੋਈ ਜਗ੍ਹਾ ਨਹੀਂ ਹੈ। ਗੁਰੂ ਸਾਹਿਬ ਜੀ ਮਹਾਰਾਜ ਨੇ, ਅਕਾਲ ਪੁਰਖ ਮਹਾਰਾਜ ਜੀ ਨੇ ਐਸਾ ਕਿਰਪਾ ਕੀਤੀ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੀ ਨਿਉ ਰੱਖੀ ਹੈ ਸਾਰੇ ਪਾਸੇ ਢੰਡੋਰਾ ਦਿੱਤਾ ਗਿਆ ਸੀ ਕਿ ਹਰਿਮੰਦਰ ਸਾਹਿਬ ਦੀ ਨਿਉ ਰੱਖਣੀ ਹੈ, ਭਾਈ ਆਪੋ ਆਪਣੀ ਭੇਟਾ ਲੈ ਕੇ ਆਓ। ਸਾਰੇ ਹੁਕਮਨਾਮੇ ਬਾਗੇ ਤੇ ਭਾਈ ਗੋਪਾਲੇ ਦੇ ਘਰ ਵੀ ਗਿਆ ਸੀ। ਜਦੋਂ ਜਾਣ ਲੱਗੇ ਨਾ ਕਹਿੰਦੇ ਗੁਰੂ ਦਾ ਹੁਕਮ ਆਇਆ ਤੇ ਘਰੇ ਆਪਣੇ ਘਰ ਵਾਲੀ ਨੂੰ ਕਹਿਣ ਲੱਗੇ ਭਾਗਵਾਨੇ ਲੈ ਕੇ ਕੀ ਜਾਵਾਂ, ਘਰੇ ਤੇ ਕੁਛ ਹੈ ਹੀ ਨਹੀਂ, ਲੈ ਕੇ ਕੀ ਜਾਵਾਂ ਗੁਰੂ ਵਾਸਤੇ। ਹੁਣ ਧਨ ਵੀ ਕੋਈ ਨਹੀਂ, ਪਦਾਰਥ ਵੀ ਕੋਈ ਨਹੀਂ, ਕੁਛ ਵੀ ਨਹੀਂ ਹੈ ਆਪਣੇ ਘਰ ਦੇ ਵਿੱਚ। ਤੇ ਉਹ ਘਰ ਵਾਲੀ ਕਹਿਣ ਲੱਗੀ ਚੰਗਾ ਗੁਰੂ ਦੀ ਭੇਟ ਹੀ ਲੈ ਕੇ ਜਾਣੀ ਹੈ ਨਾ, ਇਹ ਜਿਹੜਾ ਛੱਕੂ ਆਪਣੇ ਘਰ ਦੇ ਵਿੱਚ ਪਿਆ ਤੂੰ ਇਹੀ ਲੈ ਜਾ। ਛੱਕੂ ਜਿਹੜਾ ਕੋਈ ਮਨੁੱਖ ਬੰਦਾ ਬਣ ਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਛੱਕੂ ਲੈ ਜਾ ਕਹਿੰਦੇ। ਉਹਨੇ ਛੱਕੂ ਆਪਣੇ ਪੱਲੇ ਦੇ ਨਾਲ ਬੰਨ੍ਹ ਲਿਆ। ਹਰਿਮੰਦਰ ਸਾਹਿਬ ਆਇਆ ਤੇ ਸੰਗਤਾਂ ਦੇ ਪਿੱਛੇ ਬੈਠ ਗਿਆ। ਰਾਜੇ ਮਹਾਰਾਜੇ ਬੈਠੇ, ਸੋਨਾ ਚਾਂਦੀ ਧਨ ਪਦਾਰਥ ਬੜੇ ਢੇਰ ਲੱਗੇ ਪਏ ਨੇ, ਪਿੱਛੇ ਬੈਠ ਗਏ। ਜੇ ਕਹਿੰਦੇ ਮਹਾਰਾਜ ਦੇ ਕੋਲ ਜਾ ਕੇ ਛੱਕੂ ਧਰਿਆ ਨਾ ਤੇ ਕਹਿਣਗੇ ਮਹਾਰਾਜ ਤੇਰੇ ਗਰੀਬ ਇੰਨੇ ਸਿੱਖ ਗਰੀਬ ਨੇ,
ਤੇ ਮਹਾਰਾਜ ਜੀ ਸਟੇਜ ਤੋਂ ਖੜੇ ਹੋ ਗਏ, ਕਹਿੰਦੇ ਭਾਈ ਹਰਿਮੰਦਰ ਸਾਹਿਬ ਦੀ ਨਿਉ ਰੱਖਣੀ ਹੈ, ਹਜੇ ਤੱਕ ਜੀ ਸਾਰੀ ਭੇਟਾ ਆ ਗਈ, ਸਾਰੇ ਕਹਿੰਦੇ ਆ ਗਈ, ਪਿੱਛੇ ਬੈਠਿਆ ਬੋਲਿਆ ਨਹੀਂ। ਮਹਾਰਾਜ ਕਹਿੰਦੇ ਭਾਈ ਇੱਕ ਸਿੱਖ ਭੇਟਾ ਲੈ ਕੇ ਆਇਆ, ਹਜੇ ਤੱਕ ਉਹਨੇ ਭੇਟਾ ਨਹੀਂ ਦਿੱਤੀ, ਜਿੰਨਾ ਟਾਈਮ ਉਹ ਆਪਣੀ ਭੇਟਾ ਨਹੀਂ ਦਿੰਦਾ ਉਹਨਾਂ ਸਹਿਮ ਹਰਿਮੰਦਰ ਸਾਹਿਬ ਦੀ ਨਿਉ ਨਹੀਂ ਰੱਖ ਸਕਦੇ। ਹੁਣ ਗੁਰੂ ਨੇ ਆਪਣਾ ਘਰ ਬਣਾਇਆ, ਹਰੀ ਦਾ ਮੰਦਰ, ਪਰਮੇਸ਼ਰ ਨੇ ਆਪਣਾ ਘਰ ਬਣਾਇਆ ਇਸ ਧਰਤੀ ਤੇ, ਸਿੱਖ ਦੀ ਭੇਟਾ। ਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਗੋਪਾਲਾ ਜੀ ਉੱਠੇ, ਲਿਆ ਕੇ ਪੱਲੇ ਦੇ ਨਾਲ ਬੰਨਿਆ ਹੋਇਆ ਛੱਕੂ ਮਹਾਰਾਜ ਜੀਆਂ ਨੇ ਹੱਥ ਕਰ ਲਏ ਦੋਨੇ ਉਸ ਦੇ ਅੱਗੇ। ਗੋਪਾਲਿਆ ਲਿਆ, ਕਹਿੰਦੇ ਜਿਹੜੀ ਸਾਡੀ ਭੇਟਾ ਲੈ ਕੇ ਆਇਆ, ਜਿੰਨਾ ਟਾਈਮ ਤੂੰ ਨਹੀਂ ਨਾ ਭੇਟਾ ਦਿੰਦਾ ਉਹਨਾਂ ਟਾਈਮ ਅਸੀਂ ਹਰਿਮੰਦਰ ਸਾਹਿਬ ਦੀ ਨਿਉ ਨਹੀਂ ਰੱਖ ਸਕਦੇ। ਬੜੀ ਵੱਡੀ ਗੱਲ ਹੈ। ਤਰਸਾਲੂ ਮਨੁੱਖਾਂ ਨੇ ਬੜੇ ਧਨ ਦੇ ਪਦਾਰਥਾਂ ਦੇ ਢੇਰ ਲਾਤੇ ਸੀ, ਲਿਆ ਕੇ ਸੋਨੇ ਚਾਂਦੀ ਦੇ ਪਏ ਸੀ, ਇੱਕ ਪਾਸੇ ਢੇਰ ਲੱਗੇ, ਇੱਕ ਪਾਸੇ ਗੁਰੂ ਸਾਹਿਬ ਜੀ ਮਹਾਰਾਜ ਹੱਥ ਕਰੀ ਖੜੇ ਨੇ ਕਿ ਸਾਡੀ ਭੇਟਾ ਦੇ। ਭਾਈ ਗੋਪਾਲੇ ਨੇ ਪੱਲੇ ਦੇ ਵਿੱਚੋਂ ਛੱਕੂ ਕੱਢਿਆ, ਕੱਢ ਕੇ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨ ਹੱਥਾਂ ਦੇ ਵਿੱਚ ਰੱਖ ਦਿੱਤਾ। ਲੈ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੂੰ ਦੇ ਕੇ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਲੈ ਭਾਈ ਗੋਪਾਲਿਆ ਸੁਣ ਕਿ ਜਿੱਥੇ ਹਰਿਮੰਦਰ ਸਾਹਿਬ ਦੀ ਕਥਾ ਹੋਇਆ ਕਰੇਗੀ, ਹਰਿਮੰਦਰ ਸਾਹਿਬ ਦੀ ਕਥਾ ਸ਼ੁਰੂ ਤੇਰੀ ਇਸ ਛੱਕੂ ਤੋਂ ਹੋਇਆ ਕਰੇਗੀ। ਹਰਿਮੰਦਰ ਸਾਹਿਬ ਦੀ ਨਿਉ ਰੱਖਣ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਭਾਈ ਗੋਪਾਲੇ ਦੇ ਛੱਕੂ ਨੂੰ ਰੱਖਿਆ। ਛੱਕੂ ਕਿਸ ਨੂੰ ਕਹਿੰਦੇ ਨੇ ਮੈਂ ਦੱਸਣਾ, ਕੌਡੀ ਨੂੰ ਕਹਿੰਦੇ ਨੇ। ਪੁਰਾਣੇ ਜ਼ਮਾਨਿਆਂ 'ਚ ਕੌਡੀਆਂ ਨਹੀਂ ਹੁੰਦੀਆਂ ਸੀ, ਕੌਡੀਆਂ ਜਿਹੜੀਆਂ ਮਿਲਦੀਆਂ ਸੀ ਰਾਹ ਦੇ ਵਿੱਚੋਂ, ਸਾਨੂੰ ਨਹਿਰਾਂ 'ਤੇ ਮਿਲਦੀਆਂ ਹੁੰਦੀਆਂ ਸੀ, ਉਹ ਕੌਡੀਆਂ ਨੂੰ ਛੱਕੂ ਕਹਿੰਦੇ ਨੇ। ਤੇ ਪੁਰਾਣੇ ਜ਼ਮਾਨਿਆਂ ਵਿੱਚ ਮਾਤਾਵਾਂ ਕੀ ਕਰਦੀਆਂ ਸੀ, ਘਰ ਦੀ ਲਟੈਣ ਦੇ ਨਾਲ ਇੱਕ ਰੱਸਾ ਬੰਨ੍ਹ ਕੇ ਤੇ ਉਹਦੇ ਨਾਲ ਛਾਬਾ ਬੰਨ੍ਹ ਕੇ ਉਹਦੇ ਨਾਲ ਛੱਕੂ ਬੰਨ੍ਹ ਦਿੰਦੀਆਂ ਹੁੰਦੀਆਂ ਸੀ ਕੌਡੀ। ਜਦੋਂ ਕੋਈ ਰਾਹੀ ਪਾਂਧੀ ਆਉਂਦਾ ਤੇ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਭੋਜਨ ਸੁੱਚਾ ਹੈ, ਉਹਨੂੰ ਸੁੱਚਾ ਮੰਨਦੇ ਸੀਗੇ, ਤੇ ਉਹ ਪ੍ਰਸ਼ਾਦਾ ਉਹਦੇ ਵਿੱਚੋਂ ਚੱਕ ਕੇ ਛਕ ਲੈਂਦਾ ਸੀਗਾ। ਇਹ ਰਿਵਾਜ਼ ਸੀਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ। ਤੇ ਇਹ ਉਹ ਛੱਕੂ ਲੈ ਕੇ ਭਾਈ ਗੋਪਾਲਾ ਜੀ ਗਏ ਤੇ ਮਹਾਰਾਜ ਜੀਆਂ ਨੇ ਉਹ ਲੈ ਕੇ ਹਰਿਮੰਦਰ ਸਾਹਿਬ ਦੀ ਨਿਉ ਰੱਖਣ ਤੋਂ ਪਹਿਲਾਂ ਭਾਈ ਗੋਪਾਲੇ ਦਾ ਛੱਕੂ ਰੱਖਿਆ, ਕੌਡੀ ਰੱਖੀ, ਨਾਲ ਮਹਾਰਾਜ ਨੇ ਬਚਨ ਕੀਤੇ ਸੀ, ਭਾਈ ਗੋਪਾਲਿਆ ਆਉਣ ਵਾਲੇ ਦੁਨੀਆ ਦੇ ਸਮੇਂ ਦੇ ਵਿੱਚ ਹਰਿਮੰਦਰ ਸਾਹਿਬ ਦੀ ਸਾਰੀ ਬਿਲਡਿੰਗ ਬਦਲ ਜਾ ਕਰੂ, ਪਰ ਦੁਨੀਆ ਦੀ ਕੋਈ ਵੀ ਤਾਕਤ ਤੇਰੇ ਇਸ ਛੱਕੂ ਨੂੰ ਨਹੀਂ ਹਿਲਾ ਸਕਦੀ। ਛੱਕੂ ਤੱਕ ਨਹੀਂ ਕੋਈ ਤਾਕਤ ਪਹੁੰਚ ਸਕੇਗੀ। ਜਿਹਨੇ ਬਿਨਾਂ ਤ੍ਰਿਸ਼ਨਾ ਤੋਂ ਸੇਵਾ ਕਰਨੀ ਹੈ ਉਹਨੂੰ ਗੁਰੂ ਸਾਹਿਬ ਜੀ ਮਹਾਰਾਜ ਫਿਰ ਇੰਜ ਤਾਰਦੇ ਨੇ। ਤਾਂ ਕਈ ਵਾਰੀ ਮਨੁੱਖ ਨੂੰ ਤਰਸਾਲੂ, ਮਨੁੱਖ ਨੂੰ ਤ੍ਰਿਸ਼ਨਾ ਤਰਸਾਲੂ ਬਣਾ ਦਿੰਦੀਆਂ ਨੇ। ਤ੍ਰਿਸ਼ਨਾ ਹੀ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦੀਆਂ ਨੇ, ਤ੍ਰਿਸ਼ਨਾ ਹੀ ਪਰਮਾਤਮਾ ਦੇ ਚਰਨਾਂ ਤੋਂ ਇਹਨੂੰ ਦੂਰ ਲੈ ਜਾਂਦੀਆਂ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਬੰਦਿਆ ਤੂੰ ਬੰਦਾ ਬਣ ਕੇ ਬੰਦਗੀ ਕਰ, ਪਰਮਾਤਮਾ ਤੇਰੀ ਹਰ ਇੱਕ ਮੁਰਾਦ ਪੂਰੀ ਕਰੇਗਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।